मार्च ਨੂੰ ਕੌਣ ਮਨਾਊਗਾ ਜਿੱਤ ਦੇ ਜਸ਼ਨ? ਕਿਸ ਨੂੰ ਹੋਊ ਹਾਰ ਦੀ ਨਮੋਸ਼ੀ? ਪੰਜਾਬ 'ਚ ਕਿਹਦਾ ਖਤਮ ਹੋ ਜਾਊਗਾ ਸਿਆਸੀ ਕਰੀਅਰ ਤੇ ਕਿਹਦੀ ਬਣੂਗੀ ਸਰਕਾਰ? 10 ਮਾਰਚ ਨੂੰ ਦੇਖੋ ਪੰਜਾਬ ਦੀ ਹਰ ਸੀਟ ਦੇ ਸਹੀ ਤੇ ਸਟੀਕ ਨਤੀਜੇ। ਦੇਖੋ ਸਵੇਰੇ 7 ਵਜੇ ਤੋਂ ਸਾਡੇ YouTube ਅਤੇ Facebook ਚੈਨਲ ਤੇ ਸਾਰਾ ਦਿਨ ਲਾਈਵ ਦਾ ਖਾਲਸ ਟੀਵੀ ਦੀ ਟੀਮ ਦੇ ਨਾਲ। ਪੰਜਾਬ ਦੇ ਵਿੱਚ ਕੱਲ ਨੂੰ ਚੋਣ ਨਤੀਜਿਆਂ ਦਾ ਵੱਡਾ ਦਿਨ ਹੈ। ਕੱਲ ਨੂੰ ਆਖਿਰਕਾਰ ਪਤਾ ਲੱਗ ਹੀ ਜਾਊਗਾ ਕਿ ਪੰਜਾਬ 'ਚ ਕਿਹਦੀ ਸਰਕਾਰ ਬਣਨੀ ਹੈ। ਕੁਝ ਘੰਟੇ ਹੀ ਬਾਕੀ ਨੇ। ਪੰਜਾਬ ਸਮੇਤ यूपी, उत्तराखंड, गोवा ਤੇ ਮਨੀਪੁਰ ਦੇ ਵਿੱਚ ਵੀ ਊਂਠ ਕਿਹੜੀ ਕਰਵਟ ਬਹਿੰਦਾ ਹੈ ਕੁਝ ਘੰਟਿਆਂ 'ਚ ਹੁਣ ਸਾਨੂੰ ਪਤਾ ਲੱਗ ਹੀ ਜਾਣਾ ਹੈ। ਤੇ ਪੰਜਾਬ ਚੋਣਾਂ ਦੇ ਲਈ ਕਈ ਐਗਜ਼ਿਟ ਪੋਲ ਹੋਏ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਨੇ, ਪਰ ਇਸ ਵਕਤ ਸਿਰਫ ਆਮ ਆਦਮੀ ਪਾਰਟੀ ਹੈ ਜਿਹੜੀ ਚਾਹੁੰਦੀ ਹੈ ਕਿ ਐਗਜ਼ਿਟ ਪੋਲ ਸੱਚ ਹੋ ਜਾਣ। ਉਹਨਾਂ ਦੇ ਸਮਰਥਕ ਵੀ ਚਾਹੁੰਦੇ ਨੇ ਪਰ ਹੋਰ ਕੋਈ ਚਾਹੁੰਦਾ ਨਹੀਂ ਹੈ। 24 ਸਾਲਾਂ ਦੇ ਵਿੱਚ ਪਹਿਲੀ ਵਾਰੀ ਬੀਜੇਪੀ ਅਕਾਲੀਆਂ ਤੋਂ ਵੱਖਰੀ ਹੋ ਕੇ ਚੋਣ ਲੜ ਰਹੀ ਹੈ ਤੇ ਪਹਿਲੀ ਵਾਰੀ ਵੱਡੀ ਗਿਣਤੀ ਵਿੱਚ 73 ਸੀਟਾਂ ਤੇ ਚੋਣ ਲੜਨ ਵਾਲੀ ਪਾਰਟੀ ਸਰਕਾਰ ਬਣਾਉਣ ਦੇ ਦਾਅਵੇ ਕਿਸ ਆਧਾਰ ਤੇ ਕਰ ਰਹੀ ਹੈ ਕਿਸੇ ਨੂੰ ਸਮਝ ਨਹੀਂ ਪੈ ਰਹੀ। ਕਾਂਗਰਸ ਪਾਰਟੀ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਕਾਂਗਰਸ ਹਾਈ ਕਮਾਂਡ ਦਾ ਵੀ ਇਹਨਾਂ ਚੋਣਾਂ ਦੇ ਵਿੱਚ ਵਕਾਰ ਦਾ ਤੇ ਲੱਗਿਆ ਹੋਇਆ। ਪਿਛਲੀ ਵਾਰੀ 15 ਸੀਟਾਂ ਤੇ ਸਿਮਟ ਜਾਣ ਵਾਲੀ ਅਕਾਲੀ ਦਲ ਪਾਰਟੀ ਐਤਕੀ ਸਰਕਾਰ ਬਣਾਉਣ ਦੇ ਵੱਡੇ ਦਾਅਵੇ ਕਰ ਰਹੀ ਹੈ। ਕੱਲ ਨੂੰ ਸਾਫ਼ ਹੋਏਗਾ ਪੰਜਾਬ ਨੂੰ ਕਿਹਦੀ ਸਰਕਾਰ ਮਿਲੀ ਹੈ, ਕਿਸੇ ਨੂੰ ਬਹੁਮਤ ਮਿਲਦਾ ਵੀ ਹੈ ਜਾਂ ਫਿਰ ਨਹੀਂ। ਕੱਲ ਨੂੰ ਦੇਖਦੇ ਹਾਂ। ਸਵੇਰੇ 7 ਵਜੇ ਤੋਂ ਲਗਾਤਾਰ ਦਾ ਖਾਲਸ ਟੀਵੀ ਤੇ ਅਸੀਂ ਤੁਹਾਨੂੰ ਲਾਈਵ ਚੋਣ ਨਤੀਜੇ ਦਿਖਾਵਾਂਗੇ। ਤੁਸੀਂ ਸਾਰਾ ਦਿਨ ਸਹੀ ਤੇ ਸਟੀਕ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹਿ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਚੋਣਾਂ ਸਮੇਤ ਯੂਕਰੇਨ ਰੂਸ ਜੰਗ ਸਮੇਤ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਹੋਰ ਸਾਰੀਆਂ ਵੱਡੀਆਂ ਖਬਰਾਂ। ਪਹਿਲਾਂ ਕੱਲ ਦੀ ਲੋਕ ਰਾਏ ਦਾ ਨਤੀਜਾ ਤੁਹਾਨੂੰ ਦੱਸ ਦਿੰਦੇ ਹਾਂ। ਕੱਲ ਦੀ ਲੋਕ ਰਾਏ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਤੇ यूपी ਦੇ ਵਿੱਚ ਯੋਗੀ ਦੀ ਸਰਕਾਰ ਬਣਾਉਣ ਦੇ ਦਾਅਵਿਆਂ ਵਾਲੇ ਐਗਜ਼ਿਟ ਪੋਲਸ ਕਿੰਨੇ ਕੁ ਸੱਚ ਸਾਬਿਤ ਹੋਣਗੇ। ਸਾਡੇ 10% ਦਰਸ਼ਕਾਂ ਨੂੰ ਲੱਗਦਾ ਹੈ ਸੱਚ ਸਾਬਿਤ ਹੋਣਗੇ, ਜਦਕਿ 90% ਦਰਸ਼ਕਾਂ ਨੂੰ ਲੱਗਦਾ ਹੈ ਕਿ ਐਗਜ਼ਿਟ ਪੋਲ ਕੋਈ ਬਹੁਤੇ ਭਰੋਸੇਯੋਗ ਨਹੀਂ ਹੁੰਦੇ। ਅੱਜ ਦੀ ਲੋਕ ਰਾਏ ਇਹ ਸਵਾਲ ਹੁਣ ਅਸੀਂ ਅਗਲੇ 5 ਸਾਲਾਂ ਤੱਕ ਤੁਹਾਨੂੰ ਕਦੇ ਨਹੀਂ ਪੁੱਛਾਂਗੇ। ਸਿਰਫ ਅੱਜ ਦਾ ਦਿਨ ਹੀ ਰਹਿ ਗਿਆ ਸਵਾਲ ਪੁੱਛਣ ਦਾ। ਸਵਾਲ ਇਹੀ ਹੈ, ਰਾਏ ਇਹੀ ਹੈ, ਕੀ ਲੱਗਦਾ ਤੁਹਾਨੂੰ ਪੰਜਾਬ 'ਚ ਕਿਹਦੀ ਸਰਕਾਰ ਬਣੂਗੀ? ਸੋ ਜੇ ਜੋ ਵੀ ਤੁਹਾਡੀ ਰਾਏ ਹੈ ਉਹ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਕਰਾਂਗੇ ਪੰਜਾਬ ਵੋਟਾਂ ਦੀ। ਪੰਜਾਬ ਰਾਜ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਨੇ ਸਾਰੇ ਬੰਦੋਬਸਤ ਮੁਕੰਮਲ ਕਰ ਲਏ ਨੇ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਏਗੀ। ਕਮਿਸ਼ਨ ਦੇ ਵੱਲੋਂ ਵੋਟਾਂ ਦੀ ਗਿਣਤੀ ਲਈ ਸੂਬੇ ਭਰ ਦੇ ਵਿੱਚ 66 ਥਾਵਾਂ ਤੇ 117 ਗਿਣਤੀ ਕੇਂਦਰ ਬਣਾਏ ਗਏ ਨੇ। ਵੋਟਾਂ ਦੇ ਦਿਨ ਦਫਾ 144 ਲਾਗੂ ਰਹੇਗੀ। ਵੋਟਾਂ 20 ਫਰਵਰੀ ਨੂੰ ਪੰਜਾਬ ਦੇ ਵਿੱਚ ਪਈਆਂ ਸੀ ਤੇ ਜਿੱਤੇ ਚਾਹੇ ਕੋਈ ਮਰਜ਼ੀ, ਪਰ ਐਤਕੀ ਜਸ਼ਨ ਨਹੀਂ ਮਨਾ ਸਕਦਾ ਜਿੱਤਣ ਵਾਲਾ ਬੰਦਾ, ਕਿਉਂਕਿ ਚੋਣ ਕਮਿਸ਼ਨ ਨੇ ਜੇਤੂ ਜਲੂਸ ਕੱਢਣ ਦੇ ਉੱਤੇ ਪੂਰਨ ਪਾਬੰਦੀ ਲਾ ਰੱਖੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਐਸ ਰਾਜੂ ਨੇ ਦਾ ਖਾਲਸ ਟੀਵੀ ਦੇ ਨਾਲ ਖਾਸ ਗੱਲਬਾਤ ਕਰਦਿਆਂ ਵੋਟਾਂ ਦੀ ਗਿਣਤੀ ਵੇਲੇ ਪੂਰੀ ਪਾਰਦਰਸ਼ਤਾ ਦੇ ਨਾਲ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ ਸਮੇਤ 5 ਸੂਬੇ यूपी, गोवा, ਮਨੀਪੁਰ ਤੇ ਉੱਤਰਾਖੰਡ ਦੇ ਵਿੱਚ ਵੀ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਏਗੀ। ਡਾਕਟਰ ਕਰਨਾ ਰਾਜੂ ਨੇ ਦੱਸਿਆ ਕਿ 117 ਗਿਣਤੀ ਕੇਂਦਰਾਂ ਦੀ ਸੁਰੱਖਿਆ ਦੇ ਲਈ 3 ਪਰਤੀ ਸੁਰੱਖਿਆ ਘੇਰਾ ਬਣਾਇਆ ਗਿਆ, ਜਿਹਦੇ ਲਈ 45 ਅਰਧ ਸੁਰੱਖਿਆ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਨੇ। ਸੂਬੇ ਦੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਮੌਕੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਗਿਣਤੀ ਦੇ ਲਈ 14000 ਹੋਰ ਮੁਲਾਜ਼ਮ ਤੈਨਾਤ ਕੀਤੇ ਗਏ ਨੇ, ਜਿਨ੍ਹਾਂ ਦੀ 4 ਵਾਰੀ ਰਿਹਰਸਲ ਵੀ ਕਰਵਾਈ ਗਈ ਹੈ। ਲੋਕਾਂ ਤੱਕ ਸਹੀ ਸੂਚਨਾ ਪੁੱਜਦੀ ਕਰਨ ਦੇ ਲਈ ਹਰੇਕ ਗਿਣਤੀ ਕੇਂਦਰ ਤੇ ਮੀਡੀਆ ਸੈਂਟਰ ਸਥਾਪਿਤ ਕੀਤੇ ਗਏ ਨੇ, ਜਿੱਥੇ ਪੱਤਰਕਾਰਾਂ ਨੂੰ ਗਿਣਤੀ ਦੇ ਰਾਉਂਡ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਗਿਣਤੀ ਕੇਂਦਰਾਂ ਦੇ ਬਾਹਰ LED ਸਕਰੀਨਾਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ। ਗਿਣਤੀ ਕੇਂਦਰਾਂ ਦੇ ਦਾਖਲੇ ਦੇ ਲਈ 3562 ਪੱਤਰਕਾਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਨੇ, ਜੋ ਕਿ ਰਿਟਰਨਿੰਗ ਆਫੀਸਰ ਦੇ ਨਾਲ ਤਾਲਮੇਲ ਕਰਨ ਉਪਰੰਤ ਗਿਣਤੀ ਕੇਂਦਰ ਦੇ ਵਿੱਚ ਮਿਥੀ ਹੋਈ ਹੱਦ ਤੱਕ ਜਾ ਸਕਣਗੇ। ਪਤਾ ਲੱਗਿਆ ਕਿ ਗਿਣਤੀ ਕੇਂਦਰਾਂ ਦੇ ਵਿੱਚ ਸਿਰਫ ਸਰਕਾਰੀ ਰਿਕਾਰਡ ਹਿੱਤ ਹੀ ਵੀਡੀਓ ਅਤੇ ਸਟਿਲ ਕੈਮਰਾ ਲਿਜਾਣ ਦੀ ਆਗਿਆ ਹੋਏਗੀ। ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਅਧਿਕਾਰਿਤ ਪੱਤਰਕਾਰ ਰਿਟਰਨਿੰਗ ਆਫੀਸਰ ਦੇ ਵੱਲੋਂ ਨਿਰਧਾਰਿਤ ਸਥਾਨ ਤੋਂ ਹੀ ਫੋਟੋ ਖਿੱਚ ਸਕਣਗੇ ਤੇ ਵੀਡੀਓ ਬਣਾ ਸਕਣਗੇ।
ਡਾਕਟਰ ਰਾਜੂ ਨੇ ਦੱਸਿਆ ਕਿ ਕਾਊਂਟਿੰਗ ਸਥਾਨ ਦੇ 100 ਮੀਟਰ ਦੇ ਦਾਇਰੇ ਨੂੰ ਪੈਡੈਸਟਰੀਅਨ ਜ਼ੋਨ ਐਲਾਨਿਆ ਗਿਆ ਹੈ, ਜਿਸ ਦੇ ਚੱਲਦੇ ਇਸ ਇਲਾਕੇ ਤੋਂ ਅੱਗੇ ਕਿਸੇ ਵੀ ਵਿਅਕਤੀ ਨੂੰ ਗੱਡੀ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਦੇ ਨਾਲ ਹੀ ਗਿਣਤੀ ਕੇਂਦਰਾਂ ਦੇ ਬਾਹਰ 3 ਪਰਤੀ ਕੋਡਿੰਗ ਸਿਸਟਮ ਲਾਇਆ ਗਿਆ ਹੈ ਤਾਂ ਜੋ ਕਿਸੇ ਵੀ ਅਣਅਧਿਕਾਰਿਤ ਵਿਅਕਤੀ ਨੂੰ ਗਿਣਤੀ ਕੇਂਦਰ ਵਿੱਚ ਜਾਣ ਤੋਂ ਰੋਕਿਆ ਜਾ ਸਕੇ। ਕੋਆਰਡੀਨੇਟ ਪੁਆਇੰਟ 100 ਮੀਟਰ ਦਾਇਰੇ ਦੀ ਸ਼ੁਰੂਆਤ ਵਿੱਚ ਸਥਾਪਿਤ ਕੀਤਾ ਗਿਆ, ਜਿੱਥੇ ਸੀਨੀਅਰ ਮੈਜਿਸਟ੍ਰੇਟ ਜ਼ਰੂਰਤ ਮੁਤਾਬਿਕ ਪੁਲਿਸ ਫੋਰਸ ਸਮੇਤ ਤੈਨਾਤ ਰਹਿਣਗੇ। ਦੂਸਰਾ ਕੋਆਰਡੀਨੇਟ ਸਿਸਟਮ ਕਾਊਂਟਿੰਗ ਸਥਾਨ ਤੇ ਗੇਟ ਤੇ ਹੋਵੇਗਾ, ਜਿੱਥੇ ਸਟੇਟ ਆਰਮਡ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ, ਜਦਕਿ ਤੀਸਰਾ ਕੋਆਰਡੀਨੇਟ ਸਿਸਟਮ ਕਾਊਂਟਿੰਗ ਹਾਲ ਦੇ ਦਰਵਾਜ਼ੇ ਤੇ ਸਥਾਪਿਤ ਕੀਤਾ ਗਿਆ, ਜਿਸ ਦੀ ਸੁਰੱਖਿਆ ਕੇਂਦਰੀ ਹਥਿਆਰਬੰਦ ਪੁਲਿਸ ਫੋਰਸਾਂ ਦੇ ਹਵਾਲੇ ਕੀਤੀ ਗਈ ਹੈ। ਡਾਕਟਰ ਐਸ ਰਾਜੂ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਕੋਵਿਡ ਦੇ ਮੱਦੇਨਜ਼ਰ ਵੱਧ ਤੋਂ ਵੱਧ 14 ਕਾਊਂਟਿੰਗ ਟੇਬਲ ਸਥਾਪਿਤ ਕੀਤੇ ਜਾਣਗੇ। ਸਰਵਿਸ ਵੋਟਰਾਂ ਨੂੰ ਈਟੀਪੀਬੀ ਅਤੇ ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ, ਕਰਮਚਾਰੀਆਂ ਅਤੇ ਈਸੀਆਈ ਦੀਆਂ ਹਦਾਇਤਾਂ ਮੁਤਾਬਿਕ ਪ੍ਰਾਪਤ ਬੈਲਟ ਪੇਪਰਾਂ ਦੀ ਗਿਣਤੀ ਲਈ ਵੱਖਰੇ ਤੌਰ ਤੇ ਟੇਬਲ ਲਾਏ ਜਾਣਗੇ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਜੇਤੂ ਉਮੀਦਵਾਰ ਜਾਂ ਉਸ ਦਾ ਅਧਿਕਾਰਿਤ ਪ੍ਰਤੀਨਿਧੀ ਸਿਰਫ 2 ਜਣਿਆਂ ਨੂੰ ਨਾਲ ਲਿਜਾ ਕੇ ਚੋਣਾਂ ਸੰਬੰਧੀ ਸਰਟੀਫਿਕੇਟ ਹਾਸਲ ਕਰ ਸਕਦਾ ਹੈ। ਵੋਟਰ ਹੈਲਪਲਾਈਨ ਐਪ ਹੈ, ਉਹਦੇ ਵਿੱਚ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਸਾਰੀ ਜਾਣਕਾਰੀ ਲੋਕਾਂ ਨੂੰ ਅਵੇਲੇਬਲ ਕਰਾਏंगे, क्योंकि ये ऐप इतना ज़्यादा सौखा है। हर एक व्यक्ति बैठे बैठे घर च बैठे ही इलेक्शन का रिजल्ट देख सकते हैं, गेड़े वार की रिजल्ट, राउंड वार की रिजल्ट देख सकते हैं। और मीडिया वास्ते खास करके एक स्पेशल इंतजाम किए गए, क्योंकि मीडिया एक इम्पॉर्टेंट हिस्सा है साडे एंटायर इलेक्शन प्रोसेस दे विच, क्योंकि जेडे भी इन्फॉर्मेशन मानयोग इलेक्शन कमिशन वाले सानू काम एग्जीक्यूशन वास्ते दिती है और इस काम नू लोकां नू जानकारी देने दी जिम्मा तुसी उठाया हो। इस करके असी हर एक इन्फॉर्मेशन 100% ट्रांसपेरेंसी दे नाल लोकां नू देना है। इस करके एक काउंटिंग सेंटर दे नेड़े एक मीडिया सेंटर भी बनाया गया है, उत्ते तुसी आराम से बैठ सकते हो। सो पंजाब विधान सभा ਦੇ 117 ਹਲਕਿਆਂ ਦੇ ਲਈ 304 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਇਹਨਾਂ ਵਿੱਚ 90 ਔਰਤਾਂ ਸ਼ਾਮਿਲ ਨੇ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਵੋਟ ਫੀਸਦ 71% ਤੋਂ ਥੋੜੀ ਵੱਧ ਰਹੀ ਹੈ, ਪਿਛਲੀ ਵਾਰ ਨਾਲੋਂ 5% ਘਟ ਰਹੀ ਹੈ। ਪੰਜਾਬ ਭਰ ਚੋਂ ਮਾਨਸਾ ਸਭ ਤੋਂ ਵੱਧ 77.21% ਨਾਲ ਟਾਪ ਵੋਟਿੰਗ ਤੇ ਰਿਹਾ, ਜਦਕਿ ਤਰਨਤਾਰਨ ਦੇ ਵਿੱਚ ਸਭ ਤੋਂ ਘੱਟ 60.47% ਵੋਟਾਂ ਪਈਆਂ ਨੇ। ਜਿਨ੍ਹਾਂ 117 ਹਲਕਿਆਂ ਦੇ ਲਈ 1304 ਉਮੀਦਵਾਰਾਂ ਦੀ ਕਿਸਮਤ ਡੱਬਿਆਂ ਦੇ ਵਿੱਚ ਬੰਦ ਹੈ। ਉਹਨਾਂ ਵਿੱਚੋਂ ਮੁੱਖ ਤੌਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਹੋਰਾਂ ਦੇ ਨਾਮ ਪ੍ਰਮੁੱਖ ਨੇ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਕਿਸਮਤ ਦਾ ਫੈਸਲਾ ਵੀ ਵੀਰਵਾਰ ਨੂੰ ਹੋ ਜਾਏਗਾ। ਕੁੱਲ 1304 ਉਮੀਦਵਾਰਾਂ ਦੇ ਵਿੱਚੋਂ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਹੀ ਅਜਿਹੇ 1.25 ਲੱਖ ਲੀਡਰ ਨੇ ਜਿਨ੍ਹਾਂ ਨੂੰ ਨਤੀਜਾ ਜੇਲ੍ਹ ਦੀ ਬੈਰਕ ਦੇ ਵਿੱਚ ਬਹਿ ਕੇ ਹੀ ਦੇਖਣਾ ਪਵੇਗਾ। ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣਾਂ ਦੇ ਐਲਾਨ ਵੇਲੇ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਸਨ, ਪਰ ਨਾਮਜ਼ਦਗੀਆਂ ਦਾਖਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਰੰਗ ਹਰ ਵਾਰੀ ਭਾਵੇਂ ਕਿ ਵੱਖਰੇ ਹੁੰਦੇ ਨੇ, ਪਰ ਇਸ ਵਾਰੀ ਰੰਗ ਕੁਝ ਜ਼ਿਆਦਾ ਹੀ ਵੱਖਰੇ ਰਹੇ ਨੇ। ਐਤਕੀ ਚੋਣਾਂ ਜ਼ਿਆਦਾ ਦਿਲਚਸਪ ਨੇ। ਚੋਣਾਂ ਵਿੱਚ ਅਜਿਹੇ ਰੰਗ ਦੇਖਣ ਨੂੰ ਮਿਲੇ ਨੇ ਜਿਹੜੇ ਇਸ ਤੋਂ ਪਹਿਲਾਂ ਦੀਆਂ ਚੋਣਾਂ ਵਿੱਚੋਂ ਮਨਫੀ ਰਹੇ ਨੇ, ਤੇ ਇੱਕ ਵੱਖਰਾ ਕਾਰਨ ਇਹ ਵੀ ਹੈ ਕਿ ਐਤਕੀ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਰਕਾਰ ਕਿਹਦੀ ਬਣਨ ਜਾ ਰਹੀ ਹੈ। ਵੋਟਰਾਂ ਨੇ ਐਡੀ ਕ ਕਮਾਲ ਦੀ ਚੁੱਪੀ ਦਿਖਾਈ ਹੈ, ਜ਼ੁਬਾਨ ਨਹੀਂ ਖੋਲੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਸਿਆਸੀ ਪੰਡਤਾਂ ਨੂੰ ਵੀ ਉਲਝਾ ਰੱਖਿਆ ਹੈ। ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ 3 ਪਿਓ ਪੁੱਤਰ ਜੋੜੇ ਵੀ ਚੋਣ ਮੈਦਾਨ ਦੇ ਵਿੱਚ ਨੇ। ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਪਿਓ ਪੁੱਤ ਦਾ ਜੋੜਾ ਚੋਣ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ, ਇਹ ਦੋਵੇਂ ਵੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਸੀ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਉਹਨਾਂ ਦਾ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਨੇ। ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਾਇਦ ਇਹ ਵੀ ਪਹਿਲੀ ਵਾਰੀ ਹੈ ਜਦੋਂ ਜੋੜਾ ਆਪਣੇ ਵਿਰੋਧੀਆਂ ਦੇ ਲਈ ਸਿਰਦਰਦੀ ਬਣਿਆ ਹੈ। ਅਕਾਲੀ ਦਲ ਦੇ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਗੁਨੀਵ ਕੌਰ ਪਾਰਟੀ ਦੇ ਭਰੋਸੇਯੋਗ ਉਮੀਦਵਾਰ ਬਣੇ ਨੇ। ਤੇ ਸੱਸ ਜਵਾਈ ਦੇ ਇਕੱਠਿਆਂ ਚੋਣ ਲੜਨ ਦੀ ਉਦਾਹਰਨ ਵੀ ਸ਼ਾਇਦ ਪਹਿਲੀ ਵਾਰੀ ਸਾਹਮਣੇ ਆਈ ਹੈ। ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੇ ਉਹਨਾਂ ਦੇ ਜਵਾਈ ਵਿਕਰਮ ਬਾਜਵਾ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ।
ਨੇ। ਦੋ ਭਰਾਵਾਂ ਦੀਆਂ ਜੋੜੀਆਂ ਵੀ ਚੋਣ ਮੈਦਾਨ ਦੇ ਵਿੱਚ ਭਿੜ ਰਹੀਆਂ ਨੇ, ਪਰ ਇਹ ਪਹਿਲੀ ਵਾਰੀ ਹੈ ਕਿ ਇੱਕੋ ਕੋਠੀ ਤੋਂ ਦੋ ਝੰਡੇ ਝੂਲੇ ਨੇ। ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਡਟੇ ਅਤੇ ਉਹਨਾਂ ਦੇ ਭਰਾ ਫਤਿਹ ਜੰਗ ਬਾਜਵਾ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਦੇ ਵੱਲੋਂ ਚੋਣ ਮੈਦਾਨ ਵਿੱਚ ਡਟੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਹਾਣੀ ਵੀ ਇਸ ਤੋਂ ਵੱਖਰੀ ਨਹੀਂ ਹੈ। ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਤੇ ਭਦੌੜ ਤੋਂ ਮੈਦਾਨ ਵਿੱਚ ਉਤਾਰੇ ਗਏ, ਜਦਕਿ ਉਹਨਾਂ ਦੇ ਭਰਾ ਡਾਕਟਰ ਮਨੋਹਰ ਸਿੰਘ ਪਾਰਟੀ ਤੋਂ ਬਾਗੀ ਹੋ ਕੇ ਕਾਂਗਰਸ ਦੇ ਉਮੀਦਵਾਰ ਨੂੰ ਟੱਕਰ ਦੇ ਰਹੇ ਨੇ। ਉਂਝ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਹੋਰ ਵੱਖਰਾ ਰੰਗ ਵੀ ਵੇਖਣ ਨੂੰ ਮਿਲਿਆ। ਇਸ ਵਾਰੀ ਬੂਥਾਂ ਉੱਤੇ ਕਬਜ਼ੇ ਕਰਨ ਦੀ ਨਾ ਤਾਂ ਕੋਈ ਸ਼ਿਕਾਇਤ ਮਿਲੀ, ਨਾ ਹੀ ਮਾਰ ਧਾੜ ਦੀਆਂ ਖਬਰਾਂ ਸਾਹਮਣੇ ਆਈਆਂ। ਇਸ ਵਿਲੱਖਣਤਾ ਨੂੰ ਪੰਜਾਬ ਦੇ ਲਈ ਸ਼ੁਭ ਸ਼ਗਨ ਮੰਨਿਆ ਜਾਣਾ ਚਾਹੀਦਾ ਹੈ। ਵੋਟਾਂ ਜਾਂ ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਜਿੰਨਾ ਮਾਹੌਲ ਸ਼ਾਂਤਮਈ ਰਿਹਾ, ਹੁਣ ਵੋਟਾਂ ਤੋਂ ਪਹਿਲਾਂ ਉਨੀ ਹੀ ਜ਼ਿਆਦਾ ਗਹਿਮਾ ਗਹਿਮੀ ਹੈ। ਐਗਜ਼ਿਟ ਪੋਲ ਨੇ ਵੱਡਾ ਖਲਾਰਾ ਜ਼ਰੂਰ ਪਾ ਦਿੱਤਾ ਹੈ। ਬਾਵਜੂਦ ਇਸ ਦੇ ਸਾਰੀਆਂ ਸਿਆਸੀ ਪਾਰਟੀਆਂ ਜਿੱਤ ਦੇ ਜਸ਼ਨ ਮਨਾਉਣ ਦੇ ਲਈ ਪੱਬਾਂ ਭਾਰ ਨੇ। ਵਿਰੋਧੀ ਪਾਰਟੀਆਂ ਐਗਜ਼ਿਟ ਪੋਲ ਨੂੰ ਮੰਨ ਹੀ ਨਹੀਂ ਰਹੀਆਂ। ਬਾਜ਼ਾਰਾਂ ਦੇ ਵਿੱਚ ਸਤਰੰਗੇ ਲੱਡੂਆਂ ਦੀ ਖੁਸ਼ਬੂ ਆ ਰਹੀ ਹੈ ਤੇ ਹਰ ਪਾਰਟੀ ਦੇ ਉਮੀਦਵਾਰ ਅੰਦਰੋਂ ਅੰਦਰੀ ਲੱਡੂ ਖਰੀਦ ਰਹੇ ਨੇ। ਫੁੱਲਾਂ ਦੀਆਂ ਦੁਕਾਨਾਂ ਤੇ ਗੁਲਦਸਤਿਆਂ ਦੇ ਆਰਡਰ ਦਿੱਤੇ ਜਾ ਰਹੇ ਨੇ। ਮਨਿਆਰੇ ਦੀਆਂ ਦੁਕਾਨਾਂ ਤੇ ਹਾਰ ਖਰੀਦਣ ਵਾਲਿਆਂ ਦੀ ਭੀੜ ਹੈ। ਖੁੱਲੀਆਂ ਜੀਪਾਂ ਦੀਆਂ ਸਾਈਆਂ ਤਾਂ ਕਈ ਚਿਰ ਪਹਿਲਾਂ ਹੀ ਫੜਾਈਆਂ ਜਾ ਚੁੱਕੀਆਂ ਨੇ। 10 ਨੂੰ ਕਿਹਦੇ ਹੱਥ ਡੰਡਾ ਹੋਊ ਤੇ ਕਿਹਦੇ ਹੱਥ ਝੰਡਾ ਹੋਊ, ਇਹ ਆਪਾਂ ਸਮੇਂ ਤੇ ਛੱਡ ਦਿੰਨੇ ਆ। ਉਂਝ ਇੱਕ ਗੱਲ ਪੱਕੀ ਹੈ ਕਿ ਇਸ ਵਾਰ ਦੇ ਨਤੀਜੇ ਸਭ ਦੇ ਮੂੰਹਾਂ 'ਚ ਉਂਗਲੀਆਂ ਜ਼ਰੂਰ ਪਵਾ ਦੇਣਗੇ। ਸੋ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਕੀ ਕੁਝ ਸਿਆਸੀ ਗਹਿਮਾ ਗਹਿਮੀ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ। ਇੱਕ ਦਿਨ ਪਹਿਲਾਂ ਵਾਲੀ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੇ ਪਹੁੰਚੇ। ਇਸ ਦੌਰਾਨ ਉਹਨਾਂ ਨੂੰ ਮਿਲਣ ਦੇ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਇੱਕ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪਹੁੰਚੇ। ਤੇ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦਾ ਮੰਥਨ ਇਸ ਨੂੰ ਮੰਨਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਬਾਰੇ ਵੀ ਜਾਣਕਾਰੀ ਮਿਲੀ ਕਿ ਉਹ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੋਟਾਂ ਵਾਲੇ ਨਤੀਜੇ ਵਾਲੇ ਦਿਨ ਸ਼ਾਮ 5 ਵਜੇ 10 ਮਾਰਚ ਨੂੰ ਸ਼ਾਮ 5 ਵਜੇ ਕਾਂਗਰਸ ਦਫ਼ਤਰ ਦੇ ਵਿੱਚ ਵਿਧਾਇਕ ਦਲ ਦੀ ਪਹਿਲੀ ਬੈਠਕ ਵੀ ਸੱਦ ਲਈ ਹੈ, ਜਿਸ ਦੇ ਵਿੱਚ ਨਵੇਂ ਚੁਣੇ ਜਾਣ ਵਾਲੇ ਯਾਨੀ ਕਿ ਜਿੱਤਣ ਵਾਲੇ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਸਾਰੇ ਇਸ ਵਿਧਾਇਕ ਦਲ ਦੀ ਮੀਟਿੰਗ ਨੂੰ ਜਿਹੜਾ ਹੈਗਾ ਉਹਦੇ ਵਿੱਚ ਹਾਜ਼ਰੀ ਭਰਨ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਸਿਆਸਤਦਾਨਾਂ ਦਾ ਵੱਖੋ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਭਦੌੜ ਦੇ ਵਿੱਚ ਮੁੱਖ ਮੰਤਰੀ ਚੰਨੀ ਨੇ ਬੱਕਰੀ ਦੀ ਧਾਰ ਕੱਢੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਗੀਤਾਂ ਦੀ ਮਹਿਫਲ ਸਜਾਉਂਦੇ ਹੋਏ ਨਜ਼ਰ ਆਏ ਸੀ। ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੈਸੇ ਦੇ ਕੇ ਸਰਵੇ ਕਰਵਾਏ ਨੇ। ਉਹਨਾਂ ਨੇ ਚੋਣ ਕਮਿਸ਼ਨ ਤੋਂ ਐਗਜ਼ਿਟ ਪੋਲ ਤੇ ਬੈਨ ਲਾਉਣ ਦੀ ਮੰਗ ਵੀ ਕੀਤੀ। ਸਿਸਟਮ ਐਗਜ਼ਿਟ ਪੋਲ ਦਾ ਮੈਨੂੰ ਲੱਗਦਾ ਬੈਨ ਹੋਣਾ ਚਾਹੀਦਾ। ਇੱਕ ਤਾਂ ਐਗਜ਼ਿਟ ਪੋਲ ਬੈਨ ਹੋਣੇ ਚਾਹੀਦੇ, ਇੱਕ ਇਹਨਾਂ ਦੇ ਜਿਹੜੇ ਪਹਿਲੇ ਪੋਲ ਹੁੰਦੇ ਆ ਓਪੀਨੀਅਨ ਪੋਲ, ਕਿਉਂਕਿ ਇਲੈਕਸ਼ਨ ਕਮਿਸ਼ਨ ਹਰ ਚੀਜ਼ ਮੋਨੀਟਰ ਕਰ ਰਿਹਾ ਕਿ ਕਿਸੇ ਵੋਟਰ ਨੂੰ ਇਨਫਲੂਐਂਸ ਨਾ ਕੀਤਾ ਜਾਏ। ਪਰ ਹੁਣ ਸਰਕਾਰਾਂ ਆਪਣਾ ਫਾਈਨੈਂਸ਼ੀਅਲ ਪਾਵਰ ਲੈ ਕੇ ਸਰਕਾਰੀ ਪੈਸੇ ਨੂੰ ਵਰਤ ਕੇ ਮੀਡੀਆ ਰਾਹੀਂ ਓਪੀਨੀਅਨ ਪੋਲ ਕਰਾ ਕੇ, ਪੇਡ ਓਪੀਨੀਅਨ ਪੋਲ ਕਰਾ ਕੇ ਇਨਫਲੂਐਂਸ ਕਰਨਾ ਚਾਹੁੰਦੀ ਹੈ। ਜਿਹੜਾ ਇਸ ਇਲੈਕਸ਼ਨ 'ਚ ਦੇਖਿਆ ਬਹੁਤ ਵੱਡੇ ਪੱਧਰ ਤੇ ਆਪਣੇ ਆਮ ਆਦਮੀ ਪਾਰਟੀ ਨੇ ਕੀਤਾ। ਸੁਖਬੀਰ ਬਾਦਲ ਦੀ ਇਸ ਮੰਗ ਤੇ ਭਗਵੰਤ ਮਾਨ ਨੇ ਵੀ ਆਪਣਾ ਰਿਐਕਸ਼ਨ ਦਿੱਤਾ ਹੈ। ਭਗਵੰਤ ਮਾਨ ਪਟਿਆਲਾ ਦੇ ਮਹਿੰਦਰਾ ਕਾਲਜ ਦੇ ਵਿੱਚ ਜਿੱਥੇ ਈਵੀਐਮਸ ਪਈਆਂ ਨੇ ਸਟਰੋਂਗ ਰੂਮ ਦੇ ਵਿੱਚ ਉਸ ਦਾ ਦੌਰਾ ਕੀਤਾ ਤੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਚੋਣ ਸਰਵੇ ਤੇ ਜੇ ਸੁਖਬੀਰ ਬਾਦਲ ਨੂੰ ਵਿਸ਼ਵਾਸ ਨਹੀਂ ਹੈ ਤਾਂ ਇਹਦੇ ਵਿੱਚ ਆਮ ਲੋਕ ਕੀ ਕਰ ਸਕਦੇ ਨੇ। ਲੋਕਾਂ ਨੇ ਫਤਵਾ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਹੈ ਜਿਹੜਾ ਸੁਖਬੀਰ ਬਾਦਲ ਨੂੰ ਹਜ਼ਮ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਕਾਂਗਰਸ ਤੇ ਬੀਜੇਪੀ ਲੋਕਾਂ ਦਾ ਫਤਵਾ ਸਹਿਣ ਕਰ ਚੁੱਕੇ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਸਹਿਣਸ਼ੀਲ ਹੋਣਾ ਪਏਗਾ। ਦੀ ਬਿਲਡਿੰਗ ਦੇ ਵਿੱਚ ਆਏ ਆ ਇੱਥੇ ਵਿਧਾਨ ਸਭਾ ਦੀਆਂ ਮਸ਼ੀਨਾਂ ਪਈਆਂ ਨੇ। ਲੋਕਾਂ ਦਾ ਫਤਵਾ ਜਿਹੜਾ ਉਹ ਮਸ਼ੀਨਾਂ ਦੇ ਵਿੱਚ ਹੈ। ਉਮੀਦ ਹੈ ਕਿ ਫਤਵਾ ਜਿਹੜਾ ਬਦਲਾਉਣ ਨੂੰ ਹੀ ਹੋਊਗਾ। ਇੱਕ ਮਿੰਟ ਜੀ, ਹਜੇ ਵੀ ਸੁਖਬੀਰ ਸਿੰਘ ਬਾਦਲ ਕੁਝ ਕਹਿ ਰਹੇ ਨੇ। ਤੁਸੀਂ
ਕਿਸਮਾਂ ਜਿਹੜੀ ਬੰਦ ਪਈ ਆ ਮਸ਼ੀਨਾਂ ਜੋ ਕੱਲ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਾਂਗੇ ਵੀ ਕਹਿੰਦੇ ਸੀ, ਉਹਨਾਂ ਨੂੰ ਪੁੱਛ ਲਿਓ ਜਿੱਦੇ ਉਹ ਆਏ ਯਾਰ। ਇਸ ਮੌਕੇ ਭਗਵੰਤ ਮਾਨ ਨੇ ਦਾਅਵਾ ਵੀ ਕੀਤਾ ਕਿ ਉਹਨਾਂ ਦੀ ਪਾਰਟੀ 100 ਤੋਂ ਵੱਧ ਸੀਟਾਂ ਵੀ ਜਿੱਤ ਸਕਦੀ ਹੈ। ਕਹਿੰਦੇ ਮੈਂ ਜੋਤਸ਼ੀ ਤਾਂ ਨਹੀਂ ਆ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਨੇ ਤੇ ਬਦਲਾਅ ਉਹਨਾਂ ਨੇ VOTING ਮਸ਼ੀਨਾਂ ਦੇ ਵਿੱਚ ਕੈਦ ਕਰ ਦਿੱਤਾ ਹੈ। ਸੁਖਬੀਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਲਾਏ ਇਲਜ਼ਾਮਾਂ ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੀ ਹਾਰ ਦਾ ਡਰ ਸਤਾਉਣ ਲੱਗਿਆ, ਇਸ ਕਰਕੇ ਉਹ ਬੇਬੁਨਿਆਦ ਬਿਆਨ ਦੇ ਰਹੇ ਨੇ। ਤੋਂ ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਦੇ ਘਰ ਦੇ ਬਾਹਰ ਪੂਰੇ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਚੱਲਦੀਆਂ ਦੇਖੀਆਂ ਗਈਆਂ। ਮਾਨ ਦੇ ਘਰ ਦੇ ਬਾਹਰ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਦੇਖੀਆਂ ਗਈਆਂ। ਘਰ ਦੇ ਬਾਹਰ ਵੱਡੀ LED ਲਾਈ ਗਈ ਹੈ, ਜਿੱਥੇ ਪੂਰਾ ਨਤੀਜਾ ਲਾਈਵ ਦੇਖਣ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵਲੰਟੀਅਰਾਂ ਦੀਆਂ ਕੁਰਸੀਆਂ ਲਾਈਆਂ ਜਾਣਗੀਆਂ। ਮੀਡੀਆ ਲਈ ਵੱਖਰੀ ਵੱਡੀ ਸਟੇਜ ਬਣਾਈ ਗਈ ਹੈ। ਖਾਣ ਪੀਣ ਦੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕਹਿੰਦੇ ਭਗਵੰਤ ਮਾਨ ਆਪਣੇ ਘਰ ਦੀ ਛੱਤ ਤੇ ਮੀਡੀਆ ਨੂੰ ਤੇ ਲੋਕਾਂ ਨੂੰ ਸੰਬੋਧਨ ਕਰਨਗੇ। ਇਹ ਕਿਹਾ ਹੈ ਆਮ ਆਦਮੀ ਪਾਰਟੀ ਨੇ, ਯਾਨੀ ਕਿ ਪੂਰਾ ਪੱਕਾ ਜਿਹੜਾ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਏਗੀ। ਇਹ ਲੀਡਰ ਨੇ ਜਿਹੜੇ ਦਾਅਵਾ ਕਰ ਰਹੇ ਨੇ। ਉਧਰ ਰਾਘਵ ਚੱਡਾ ਨੇ ਵੀ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੂੰ ਗਲੇ ਲਾਉਣ ਦਾ ਮਨ ਬਣਾ ਚੁੱਕੇ ਨੇ। ਐਗਜ਼ਿਟ ਪੋਲ ਦਿਖਾ ਰਹੇ ਨੇ ਕਿ ਸੁਨਾਮੀ ਹੈ, ਲਹਿਰ ਨਹੀਂ ਹੈ। ਚੱਡਾ ਨੇ ਇਸ ਬਹਾਨੇ 2024 ਦੀਆਂ ਲੋਕ ਸਭਾ ਚੋਣਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ BJP ਦੇ ਲਈ ਚੁਣੌਤੀ ਹੈ। ਆਮ ਆਦਮੀ ਪਾਰਟੀ ਹੁਣ ਕਾਂਗਰਸ ਦੀ ਥਾਂ ਲੈ ਲਵੇਗੀ, ਕੌਮੀ ਪਾਰਟੀ ਬਣ ਕੇ ਉਭਰੀ ਹੈ। ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ BKU ਰਾਜੇਵਾਲ ਨੂੰ ਵੱਡਾ ਝਟਕਾ ਲੱਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਿਸ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਪਾਰਟੀ ਬਣਾਈ ਸੀ। ਹਾਲਾਂਕਿ ਇਸ ਪਾਰਟੀ ਦੀ ਬਹੁਤੀ ਚਰਚਾ ਨਹੀਂ ਹੋ ਸਕੀ। ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਬਲਾਕ ਤੇ ਇਕਾਈਆਂ ਦੇ ਅਹੁਦੇਦਾਰਾਂ ਨੇ ਸਮੂਹਿਕ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਰਾਜੇਵਾਲ ਦੇ ਚੋਣ ਲੜਨ ਦੇ ਫੈਸਲੇ ਤੋਂ ਇਹ ਸਾਰੇ ਦੁਖੀ ਸਨ। ਕਿਸਾਨਾਂ ਦੇ ਅੰਦਰ ਰੋਹ ਸੀ, ਇਸ ਕਰਕੇ ਇਹਨਾਂ ਨੇ ਫੈਸਲਾ ਲਿਆ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਫਾਰਮ ਹਾਊਸ ਦੇ ਵਿੱਚ ਇੱਕ ਹੋਰ ਹੀ ਰਾਗ ਅਲਾਪਿਆ ਜਾ ਰਿਹਾ ਹੈ। ਇੱਥੇ ਕਈ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ। ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਸਮਾ ਫਾਰਮ ਹਾਊਸ ਦੇ ਵਿੱਚ ਪਾਰਟੀ ਹੋਈ ਸੀ, ਉਸ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਮਲ ਹੋਏ। ਉਹਨਾਂ ਨੇ ਟਵਿੱਟਰ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਤੇ ਨਾਲ ਹੀ 11 ਮਾਰਚ ਦੇ ਦਿਨ ਵੱਲ ਫਿਰ ਇਸ਼ਾਰਾ ਕੀਤਾ ਗਿਆ ਹੈ। 11 ਮਾਰਚ ਨੂੰ ਦਰਅਸਲ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੁੰਦਾ ਹੈ ਤੇ ਕੁਝ ਦਿਨ ਪਹਿਲਾਂ ਵੀ ਪੰਜਾਬ ਲੋਕ ਕਾਂਗਰਸ ਨੇ ਵੋਟਾਂ ਤੋਂ ਅਗਲੇ ਦਿਨ ਸਿਸਮਾ ਫਾਰਮ ਹਾਊਸ ਤੋਂ ਸਿਆਸੀ ਸ਼ੋਅ ਚੱਲਣ ਦੀ ਜਾਣਕਾਰੀ ਦਿੱਤੀ ਸੀ। ਸਿਸਮਾ ਫਾਰਮ ਹਾਊਸ ਦੇ ਵਿੱਚ ਪਾਰਟੀ ਜਿਹੜੀ ਇੱਕ ਦਿਨ ਪਹਿਲਾਂ ਹੋਈ ਹੈ ਮੰਗਲਵਾਰ ਦੀ ਸ਼ਾਮ ਨੂੰ, ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਪਾਰਟੀ ਦੌਰਾਨ ਗਾਣਾ ਗਾ ਕੇ ਉਹ ਰੰਗ ਬੰਨ੍ਹਦੇ ਨਜ਼ਰ ਆਏ। ਸੋ ਵੋਟਾਂ ਦੇ ਨਤੀਜੇ 10 ਮਾਰਚ ਨੂੰ ਸਾਰਾ ਦਿਨ ਤੁਸੀਂ ਦ ਖਾਲਸ ਟੀਵੀ ਤੇ ਲਾਈਵ ਦੇਖ ਸਕਦੇ ਹੋ। ਯੂਕਰੇਨ ਸੰਕਟ ਕਰਕੇ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਵੱਡੇ ਰੂਪ ਦੇ ਵਿੱਚ ਵੱਧ ਸਕਦੀਆਂ ਨੇ। ਇਸ ਤੇ ਹੁਣ ਪੈਟਰੋਲੀਅਮ ਮੰਤਰੀ ਨੇ ਸਫਾਈ ਦਿੱਤੀ ਹੈ। ਯੂਕਰੇਨ ਸੰਕਟ ਦੇ ਕਾਰਨ ਕੌਮਾਂਤਰੀ ਤੇਲ ਬਾਜ਼ਾਰ ਦੇ ਵਿੱਚ ਕੱਚਾ ਤੇਲ ਲਗਾਤਾਰ ਮਹਿੰਗਾ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਕੀ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਕੀ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ, ਤਾਂ ਇਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ ਦਾ ਫੈਸਲਾ ਕੰਪਨੀਆਂ ਨੇ ਕਰਨਾ ਹੈ, ਕਿਉਂਕਿ ਉਹਨਾਂ ਨੇ ਵੀ ਬਾਜ਼ਾਰ ਦੇ ਵਿੱਚ ਰਹਿਣਾ ਹੁੰਦਾ ਹੈ। ਤੇਲ ਦੀਆਂ ਕੀਮਤਾਂ ਕੌਮਾਂਤਰੀ ਪੱਧਰ ਤੇ ਆਧਾਰਿਤ ਹੁੰਦੀਆਂ ਨੇ, ਜਿਸ ਦੇ ਮੁਤਾਬਿਕ ਫੈਸਲਾ ਲਿਆ ਜਾਂਦਾ ਹੈ। ਯਾਨੀ ਕਿ ਸਰਕਾਰ ਦੇ ਮੰਤਰੀ ਜੀ ਨੇ ਗੋਲ-ਮੋਲ ਜਵਾਬ ਇਸ ਤੇ ਦਿੱਤਾ ਹੈ। ਹਾਲਾਂਕਿ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਭਾਅ ਹੁੰਦੇ ਨੇ ਉਹਨਾਂ ਦੇ ਵਿੱਚ ਸੂਬਾ ਤੇ ਸੈਂਟਰ ਸਰਕਾਰਾਂ ਦੇ ਵੱਡੇ ਟੈਕਸ ਨੇ ਜਿਹੜੇ ਉਹ ਸ਼ਾਮਿਲ ਹੁੰਦੇ ਨੇ। ਨੂਰਪੁਰ ਬੇਦੀ ਤੋਂ ਖਬਰ ਹੈ, ਜਿੱਥੇ ਕਲਮਾ ਮੋੜ ਚੌਂਕੀ ਦੇ ਵਿੱਚ ਬੰਬ ਧਮਾਕਾ ਕੀਤਾ ਗਿਆ। ਪੁਲਿਸ ਚੌਂਕੀ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਧਮਾਕੇ ਨਾਲ ਚੌਂਕੀ ਇਮਾਰਤ ਦੀ ਕੰਧ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਲ੍ਹਾ ਰੂਪਨਗਰ ਦੇ ਉੱਚ ਅਧਿਕਾਰੀ ਘਟਨਾ ਸਥਾਨ ਤੇ ਪਹੁੰਚ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥਿਆਂ ਤੋਂ ਪਾਸਪੋਰਟ ਮੰਗੇ ਨੇ। ਇਹ ਦੋਵੇਂ ਜਥੇ ਜੂਨ 2022 ਦੇ ਵਿੱਚ ਪਾਕਿਸਤਾਨ ਭੇਜੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਪਾਸਪੋਰਟ 25 ਮਾਰਚ 2022 ਤੱਕ ਦਫ਼ਤਰ ਵਿਖੇ ਪਹੁੰਚ ਜਾਣੇ ਚਾਹੀਦੇ ਨੇ। ਅੰਮ੍ਰਿਤਸਰ ਦੇ ਵਿੱਚ ਕਮੇਟੀ ਦੇ ਦਫ਼ਤਰ ਵਿਖੇ ਤੁਸੀਂ ਪਹੁੰਚਾ ਸਕਦੇ ਹੋ ਅਤੇ ਪਾਸਪੋਰਟ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਿਸ਼, ਜੋ ਵੀ ਤੁਹਾਡੇ ਇਲਾਕੇ ਦਾ SGPC ਮੈਂਬਰ ਹੁੰਦਾ ਹੈ, ਉਸ ਦੀ ਸਿਫਾਰਿਸ਼ ਅਤੇ ਆਪਣਾ ਪਛਾਣ ਪੱਤਰ, ਜਿਹਦੇ ਵਿੱਚ ਆਧਾਰ ਕਾਰਡ ਜਾਂ ਕੋਈ ਵੀ ਪਛਾਣ ਪੱਤਰ ਹੋ ਸਕਦਾ ਹੈ, ਉਸ ਦੀ ਕਾਪੀ ਤੁਸੀਂ ਦੇ ਸਕਦੇ ਹੋ। ਇਸ ਦੇ ਨਾਲ ਕੁਝ ਨੰਬਰ ਵੀ ਨੇ, ਤੁਹਾਨੂੰ ਦੱਸ ਦਿੰਦੇ ਹਾਂ। 0183 255 3957 0183 255 3957
4457 58 ਅਤੇ 59 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੰਧਾਰ ਜਹਾਜ਼ ਹਾਈਜੈਕ ਦੇ ਨਾਲ ਜੁੜੀ ਹੋਈ ਇੱਕ ਖਬਰ ਹੈ ਕਿ 1999 ਦੇ ਵਿੱਚ 에ਅਰ ਇੰਡੀਆ ਦੇ ਜਹਾਜ਼ IC 814 ਨੂੰ ਹਾਈਜੈਕ ਕਰਨ ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਜ਼ਹੂਰ ਮਿਸਤਰੀ ਨੂੰ ਕਰਾਚੀ ਵਿੱਚ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਮਿਸਤਰੀ ਫਰਜ਼ੀ ਪਛਾਣ ਤਹਿਤ ਕਈ ਸਾਲਾਂ ਤੋਂ ਕਰਾਚੀ ਦੇ ਵਿੱਚ ਰਹਿ ਰਿਹਾ ਸੀ। ਸਰਕਾਰੀ ਸੂਤਰਾਂ ਦੇ ਮੁਤਾਬਿਕ ਮਿਸਤਰੀ ਕਰਾਚੀ ਦੀ ਅਖਤਰ ਕਲੋਨੀ ਦੇ ਵਿੱਚ ਕੰਮ ਕਰਦਾ ਸੀ ਤੇ ਜ਼ਹੂਰ ਮਿਸਤਰੀ ਨੂੰ ਮਾਰਨ ਦੇ ਲਈ ਦੋਵੇਂ ਹਮਲਾਵਰ ਬਾਈਕ ਤੇ ਚੜ੍ਹ ਕੇ ਆਏ ਸੀ। ਦੋਵੇਂ CCTV ਫੁਟੇਜ ਦੇ ਵਿੱਚ ਦੇਖੇ ਗਏ ਨੇ। ਦੋਵਾਂ ਦੇ ਚਿਹਰਿਆਂ ਤੇ ਮਾਸਕ ਹੋਣ ਕਰਕੇ ਇਹਨਾਂ ਦੀ ਪਛਾਣ ਨਹੀਂ ਹੋ ਸਕੀ। ਪੰਜਾਬ ਦੀਆਂ ਅਹਿਮ ਖਬਰਾਂ ਤੋਂ ਬਾਅਦ ਤੁਹਾਨੂੰ ਰੂਸ ਯੂਕਰੇਨ ਜੰਗ ਦੀਆਂ ਅਹਿਮ ਖਬਰਾਂ ਦੱਸ ਦਿੰਦੇ ਹਾਂ। ਰੂਸ ਤੇ ਯੂਕਰੇਨ ਦੇ ਵਿਚਾਲੇ 14ਵੇਂ ਦਿਨ ਵੀ ਜੰਗ ਲਗਾਤਾਰ ਜਾਰੀ ਰਹੀ। ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਸੁਮੀ ਤੋਂ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਦੇ ਲਈ ਬੁੱਧਵਾਰ ਨੂੰ ਤਾਜ਼ਾ ਜੰਗਬੰਦੀ ਦਾ ਐਲਾਨ ਕੀਤਾ ਗਿਆ। ਉਧਰ ਸੇਵ ਦਾ ਚਿਲਡਰਨ ਏਜੰਸੀ ਦੇ ਮੁਤਾਬਿਕ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਤੋਂ ਭੱਜਣ ਵਾਲੇ 20 ਲੱਖ ਲੋਕਾਂ ਦੇ ਵਿੱਚ ਲਗਭਗ 8 ਉਹ ਬੱਚੇ ਵੀ ਸ਼ਾਮਿਲ ਨੇ ਜੋ ਬਿਨਾਂ ਕਿਸੇ ਪਰਿਵਾਰ ਦੇ ਬਿਨਾਂ ਕਿਸੇ ਸਾਥ ਦੇ ਪਹੁੰਚ ਰਹੇ ਨੇ। ਸਥਾਨਕ ਸਮੇਂ ਦੇ ਮੁਤਾਬਿਕ ਸਵੇਰੇ ਲਗਭਗ 6 ਵਜੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚ ਫਿਰ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਦੀਆਂ ਖਬਰਾਂ ਮਿਲੀਆਂ। ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਪਤਨੀ ਓਲੇਨਾ ਜ਼ੈਲੈਂਸਕੀ ਨੇ ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕਤਲ ਦੀ ਨਿੰਦਾ ਕਰਦਿਆਂ ਇੱਕ ਖੁੱਲੀ ਚਿੱਠੀ ਲਿਖੀ ਹੈ। ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਨੇ ਹਮਲੇ ਦੇ 13ਵੇਂ ਦਿਨ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਤੇ ਮਿਜ਼ਾਈਲ ਅਤੇ ਬੰਬ ਹਮਲਿਆਂ ਦੀ ਕਾਰਵਾਈ ਹੌਲੀ ਹੋਈ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰੂਸ ਦੇ ਕੋਲੇ, ਤੇਲ ਅਤੇ ਗੈਸ ਦੇ ਆਯਾਤ ਉੱਤੇ ਪਾਬੰਦੀ ਲਾ ਦਿੱਤੀ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਰੂਸ ਨੇ ਧਮਕੀ ਵੀ ਦਿੱਤੀ ਸੀ ਕਿ ਜੇ ਤੁਸੀਂ ਤੇਲ ਸਪਲਾਈ ਬੰਦ ਕਰੋਗੇ ਤਾਂ ਅਸੀਂ ਗੈਸ ਬੰਦ ਕਰ ਦਿਆਂਗੇ। ਉਧਰ ਯੂਕਰੇਨ ਦੇ ਸੂਮੀ ਦੇ ਵਿੱਚੋਂ ਕੱਢੇ ਗਏ 700 ਭਾਰਤੀ ਵਿਦਿਆਰਥੀਆਂ ਦਾ ਆਖਰੀ ਵੱਡਾ ਗਰੁੱਪ ਪੋਲਤਾਵਾ ਤੋਂ ਇੱਕ ਖਾਸ ਰੇਲ ਗੱਡੀ ਰਾਹੀਂ ਰਵਾਨਾ ਹੋ ਗਿਆ। ਵੀਰਵਾਰ ਨੂੰ ਪੋਲੈਂਡ ਤੋਂ ਭਾਰਤ ਦੇ ਲਈ ਉਡਾਣ ਭਰੇਗਾ। ਟ੍ਰੇਨ ਵਿਦਿਆਰਥੀਆਂ ਨੂੰ ਪੱਛਮੀ ਯੂਕਰੇਨ ਦੇ ਲਵੀਵ ਲੈ ਕੇ ਜਾਏਗੀ, ਜਿੱਥੋਂ ਉਹਨਾਂ ਨੂੰ ਬੱਸਾਂ ਦੇ ਰਾਹੀਂ ਪੋਲੈਂਡ ਲਿਜਾਇਆ ਜਾਊਗਾ। ਪੋਲਤਾਵਾ ਤੇ ਲਵੀਵ ਦੇ ਵਿਚਾਲੇ 888 ਕਿਲੋਮੀਟਰ ਦੀ ਦੂਰੀ ਹੈ। ਸੂਮੀ ਦੇ ਵਿੱਚ 2 ਹਫ਼ਤਿਆਂ ਦੇ ਭਿਆਨਕ ਹਾਲਾਤਾਂ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਹੈ। ਰਾਜਧਾਨੀ ਕੀਵ ਦੇ ਵਿੱਚ ਜਿਹੜੇ ਬੁੱਧਵਾਰ ਤੜਕੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ, ਉਸ ਦੇ ਵਿੱਚ ਸਥਾਨਕ ਸਮੇਂ ਦੇ ਮੁਤਾਬਿਕ ਸਵੇਰੇ 6 ਵਜੇ ਸ਼ਹਿਰ ਦੇ ਵਿੱਚ ਹਵਾਈ ਹਮਲੇ ਦੇ ਸਾਇਰਨ ਫੇਰ ਗੂੰਜੇ। ਫੌਜ ਨੇ ਦੱਸਿਆ ਕਿ ਰੂਸੀ ਫੌਜ ਨੂੰ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਉਹ ਫੀਲਡ ਪਾਈਪਲਾਈਨਾਂ ਦਾ ਨੈਟਵਰਕ ਸਥਾਪਿਤ ਕਰਕੇ ਬਾਲਣ ਦੀ ਸਪਲਾਈ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਤੇ ਜਿਹੜੀ ਤੁਹਾਨੂੰ ਜਾਣਕਾਰੀ ਸੀ ਪਹਿਲਾਂ ਦਿੱਤੀ ਹੈ ਕਿ 20 ਲੱਖ ਲੋਕਾਂ ਵਿੱਚੋਂ 8 ਲੱਖ ਬੱਚੇ ਸ਼ਾਮਿਲ ਨੇ। ਉਹ 20 ਲੱਖ ਲੋਕ ਜਿਹੜੇ ਯੂਕਰੇਨ ਛੱਡ ਕੇ ਜਾ ਰਹੇ ਨੇ। ਇਹ ਜਾਣਕਾਰੀ ਸੇਵ ਦਾ ਚਿਲਡਰਨ ਏਜੰਸੀ ਨੇ ਦਿੱਤੀ ਹੈ। ਤੇ ਜਿਹੜੀ ਖਬਰ ਤੁਹਾਨੂੰ ਅਸੀਂ ਹੁਣੇ ਦੱਸੀ ਹੈ ਕਿ 20 ਲੱਖ ਲੋਕਾਂ ਵਿੱਚੋਂ ਲਗਭਗ 8 ਬੱਚੇ ਅਜਿਹੇ ਨੇ ਜਿਹੜੇ ਬਿਨਾਂ ਕਿਸੇ ਸਾਥ ਤੋਂ ਯੂਕਰੇਨ ਛੱਡ ਰਹੇ ਨੇ। ਏਜੰਸੀ ਸੇਵ ਦਾ ਚਿਲਡਰਨ ਜਿਸ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਖੁਦ ਹੀ ਯਾਤਰਾ ਕਰ ਰਹੇ ਨੇ, ਬਿਨਾਂ ਕਿਸੇ ਸਾਥ ਦੇ ਪਹੁੰਚ ਰਹੇ ਨੇ। ਪਤਾ ਨਹੀਂ ਕਿੱਥੇ ਪਹੁੰਚਣਗੇ, ਇਹਨਾਂ ਨੂੰ ਕੁਝ ਨਹੀਂ ਪਤਾ। NGO ਦੀ ਇੱਕ ਪ੍ਰਬੰਧਕ ਇਰੀਨਾ ਸਗਿਆਨ ਨੇ ਕਿਹਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਰੱਖਿਆ ਦੇ ਲਈ ਡਰਾਉਣੇ ਤੇ ਦਿਲ ਦਹਿਲਾਉਣ ਵਾਲੇ ਉਪਾਵਾਂ ਦਾ ਸਹਾਰਾ ਲੈ ਰਹੇ ਨੇ ਤੇ ਇਸ ਵਿੱਚ ਆਪਣੇ ਬੱਚਿਆਂ ਨੂੰ ਯੂਕਰੇਨ ਤੋਂ ਬਾਹਰ ਸੁਰੱਖਿਆ ਦੀ ਭਾਲ ਵਿੱਚ ਆਪਣੇ ਗੁਆਂਢੀਆਂ ਅਤੇ ਦੋਸਤਾਂ ਦੇ ਨਾਲ ਦੂਰ ਭੇਜ ਰਹੇ ਨੇ, ਜਦਕਿ ਉਹ ਆਪਣੇ ਘਰਾਂ ਦੀ ਰਾਖੀ ਦੇ ਲਈ ਉੱਥੇ ਹੀ ਰਹਿ ਰਹੇ ਨੇ। 11 ਸਾਲ ਦਾ ਬੱਚਾ ਹਸਨ ਵੀ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਹੈ ਜੋ ਆਪਣੀ ਮਾਂ ਤੇ ਦਾਦੀ ਨੂੰ ਪਿੱਛੇ ਛੱਡ ਕੇ ਇਕੱਲੇ ਹੀ ਆਪਣੇ ਹੱਥ ਤੇ ਰਿਸ਼ਤੇਦਾਰਾਂ ਦਾ ਨੰਬਰ ਲਿਖ ਕੇ 1200 ਕਿਲੋਮੀਟਰ ਦੀ ਰੇਲ ਯਾਤਰਾ ਕਰਕੇ ਸਲੋਵਾਕੀਆ ਤੱਕ ਪਹੁੰਚਿਆ ਹੈ। ਯੂਕਰੇਨ ਛੱਡਣ ਵਾਲੇ ਅੱਧੇ ਤੋਂ ਵੱਧ ਸ਼ਰਨਾਰਥੀ ਪੋਲੈਂਡ ਅਤੇ ਫਿਰ ਹੰਗਰੀ ਜਾਂ ਫਿਰ ਸਲੋਵਾਕੀਆ ਜਾ ਰਹੇ ਨੇ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਬ੍ਰਿਟਾਨੀਆ ਦੇ ਹਾਊਸ ਆਫ ਕਾਮਨਸ ਨੂੰ ਸਿੱਧੇ ਤੌਰ ਤੇ ਸੰਬੋਧਨ ਕੀਤਾ ਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਰੂਸ ਨੂੰ ਅੱਤਵਾਦੀ ਮੁਲਕ ਐਲਾਨਣ ਦੀ ਅਪੀਲ ਕੀਤੀ। ਉਹਨਾਂ ਨੇ ਯੂਕਰੇਨ ਨੂੰ ਸੁਰੱਖਿਅਤ ਰੱਖਣ ਨੂੰ ਯਕੀਨੀ ਬਣਾਉਣ ਦੇ ਲਈ ਮਾਸਕੋ ਤੇ ਸਖਤ ਪਾਬੰਦੀਆਂ ਦੀ ਮੰਗ ਵੀ ਕੀਤੀ ਤੇ ਪਹਿਲੀ ਵਾਰੀ ਹੈ ਜਦੋਂ ਕਿਸੇ ਵਿਦੇਸ਼ੀ ਲੀਡਰ ਨੇ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਦੇ ਵਿੱਚ ਸੰਸਦ ਮੈਂਬਰਾਂ ਨੂੰ ਸਿੱਧੇ ਤੌਰ ਤੇ ਸੰਬੋਧਨ ਕੀਤਾ ਹੈ। ਜ਼ੈਲੈਂਸਕੀ ਨੇ ਕਿਹਾ ਕਿ ਸਾਡਾ ਇਹ ਯੁੱਧ ਬ੍ਰਿਟਾਨੀਆ ਦੇ ਨਾਜ਼ੀਆਂ ਖਿਲਾਫ ਦੂਸਰੇ ਵਿਸ਼ਵ ਯੁੱਧ ਦੇ ਵਾਂਗ ਹੈ। ਜੰਗ ਦੇ ਦਰਮਿਆਨ ਕਈ ਗਲੋਬਲ ਬ੍ਰਾਂਡ ਜਿਨ੍ਹਾਂ ਦੇ ਵਿੱਚ ਮੈਕਡੋਨਲਡਸ, ਸਟਾਰਬਕਸ, ਕੋਕਾ ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਐਲਾਨ ਕਰ ਦਿੱਤਾ ਹੈ ਕਿ ਯੂਕਰੇਨ ਤੇ ਹਮਲੇ ਦੇ ਜਵਾਬ ਦੇ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ ਤੇ ਬੰਦ ਕਰ ਰਹੇ ਨੇ। ਯਾਨੀ ਕਿ ਇਹਨਾਂ ਕੰਪਨੀਆਂ ਨੇ ਵੀ ਰੂਸ ਦੇ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਇਸ ਯੁੱਧ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਦੇ ਨਾਲ ਚਰਚਾ ਕੀਤੀ। ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਯੁੱਧ ਕਾਰਨ ਯੂਕਰੇਨ ਦੇ ਵਿੱਚ ਪੈਦਾ ਹੋਏ ਮਨੁੱਖੀ ਸੰਕਟ ਬਾਰੇ
ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਮੋਦੀ ਨੇ ਫਿਰ ਇੱਕ ਵਾਰੀ ਦੋਵਾਂ ਮੁਲਕਾਂ ਨੂੰ ਵਿਵਾਦ ਖਤਮ ਕਰਨ ਅਤੇ ਗੱਲਬਾਤ ਤੇ ਕੂਟਨੀਤੀ ਦੇ ਰਾਹ ਤੇ ਪਰਤਣ ਦੀ ਭਾਰਤ ਦੀ ਅਪੀਲ ਨੂੰ ਦੁਹਰਾਇਆ ਹੈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ IAEA ਨੇ ਚਰਨੋਬਿਲ ਪਰਮਾਣੂ ਪਾਵਰ ਪਲਾਂਟ ਦੇ ਵਿੱਚ ਲੱਗੀ ਨਿਗਰਾਨ ਪ੍ਰਣਾਲੀ ਦੇ ਨਾਲ ਰਾਬਤਾ ਟੁੱਟਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਨੇ ਕਿਹਾ ਹੈ ਕਿ ਪਲਾਂਟ ਤੋਂ ਆਉਂਦਾ ਡੇਟਾ ਬੰਦ ਹੋ ਗਿਆ। ਰੂਸੀ ਫੌਜਾਂ ਨੇ ਉੱਤਰੀ ਯੂਕਰੇਨ ਸਥਿਤ ਇਸ ਪਲਾਂਟ ਤੇ ਪਿਛਲੇ ਮਹੀਨੇ ਕਬਜ਼ਾ ਕਰ ਲਿਆ ਸੀ। ਏਜੰਸੀ ਨੇ ਪਲਾਂਟ ਦੇ ਵਿੱਚ ਰੂਸੀ ਫੌਜਾਂ ਦੀ ਇਨਕਮ ਕਰ ਰਹੇ ਸਟਾਫ ਨੂੰ ਲੈ ਕੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਰਾਜੀਵ ਗਾਂਧੀ ਕਤਲकांड ਦੇ ਦੋਸ਼ੀ ਪਿਰਾਰੀ ਵੱਲਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਦੀ ਸਤੰਬਰ 2018 ਦੇ ਵਿੱਚ ਰਿਹਾਈ ਦੀ ਸਿਫਾਰਿਸ਼ ਤੇ ਫੈਸਲਾ ਨਾ ਲੈਣ ਦੇ ਰਾਜਪਾਲ ਦੇ ਫੈਸਲੇ ਤੇ ਸਵਾਲ ਵੀ ਚੁੱਕੇ ਨੇ। ਪਿਰਾਰੀ ਵੱਲਨ ਪਿਛਲੇ 32 ਸਾਲਾਂ ਤੋਂ ਸਾਬਕਾ PM ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਜੇਲ੍ਹ 'ਚ ਬੰਦ ਰਹੇ। ਟਾਡਾ ਅਦਾਲਤ ਤੇ ਸੁਪਰੀਮ ਕੋਰਟ ਨੇ ਪਿਰਾਰੀ ਵੱਲਨ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਰਹਿਮ ਦੀ ਅਪੀਲ ਦੀ ਸੁਣਵਾਈ ਦੌਰਾਨ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਸੀ। ਤਾਮਿਲਨਾਡੂ ਸਰਕਾਰ ਨੇ ਵੀ ਉਸ ਦੀ ਉਮਰ ਕੈਦ ਨੂੰ ਖਤਮ ਕਰਕੇ ਰਿਹਾ ਕਰਨ ਦਾ ਮਤਾ ਪਾਸ ਕੀਤਾ ਸੀ। ਫਿਲਹਾਲ ਮਾਮਲਾ ਰਾਜਪਾਲ ਤੇ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੈ ਤੇ ਹੁਣ ਸੁਪਰੀਮ ਕੋਰਟ ਨੇ ਪਿਰਾਰੀ ਵੱਲਨ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਰਹਿੰਦਿਆਂ ਉਸ ਦੇ ਆਚਰਣ, ਵਿਦਿਅਕ ਯੋਗਤਾ ਤੇ ਬਿਮਾਰੀ ਦੇ ਆਧਾਰ ਤੇ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ। ਭਗੌੜੇ ਕਾਰੋਬਾਰੀ ਵਿਜੇ ਮਾਲੀਆ ਦੇ ਖਿਲਾਫ ਮਾਣਹਾਨੀ ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਵੀਰਵਾਰ ਨੂੰ ਦੁਪਹਿਰੇ 2 ਵਜੇ ਸੁਣਵਾਈ ਹੋਵੇਗੀ। ਪੰਜਾਬ ਦੇ ਨਾਲ-ਨਾਲ ਯੂਪੀ ਦੇ ਵਿੱਚ ਵੀ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ। ਇਸ ਦਰਮਿਆਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੱਤਾਧਾਰੀ ਬੀਜੇਪੀ ਤੇ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਦਾਅਵਾ ਕੀਤਾ ਕਿ ਵਾਰਾਣਸੀ ਦੇ ਵਿੱਚ EVM ਲਿਜਾ ਰਹੇ ਇੱਕ ਟਰੱਕ ਨੂੰ ਰੋਕਿਆ ਗਿਆ ਸੀ, ਪਰ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਮਸ਼ੀਨਾਂ ਗਿਣਤੀ ਡਿਊਟੀ ਤੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਸਨ, ਇਸ ਦੀ ਵਰਤੋਂ ਨਹੀਂ ਕੀਤੀ ਗਈ ਸੀ। ਪਰ ਚੋਣ ਕਮਿਸ਼ਨ ਨੇ ਵਾਰਾਣਸੀ ਦੇ ਵਧੇਕ ਜ਼ਿਲ੍ਹਾ ਮੈਜਿਸਟ੍ਰੇਟ NK ਸਿੰਘ ਵਿਰੁੱਧ ਸਿਖਲਾਈ EVM ਦੀ ਆਵਾਜਾਈ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਨ ਦਾ ਹੁਕਮ ਵੀ ਦਿੱਤਾ ਹੈ। ਸੋ ਯਾਦਵ ਨੇ ਵਾਰਾਣਸੀ ਦੇ ਵਿੱਚ ਮਸ਼ੀਨਾਂ ਚੋਰੀ ਹੋਣ ਦਾ ਦਾਅਵਾ ਕੀਤਾ ਹੈ। ਇਹ ਕਿੰਨਾ ਕੁ ਸੱਚ ਹੈ ਜਾਂ ਝੂਠ ਹੈ, ਇਹ ਤਾਂ ਹੁਣ ਮਸ਼ੀਨਾਂ ਲਿਜਾਣ ਵਾਲੇ ਹੀ ਜਾਣਦੇ ਨੇ ਜਾਂ ਸਰਕਾਰ ਜਾਣਦੀ ਹੈ। ਬੁਲੇਟਿਨ ਦੇ ਵਿੱਚ ਜਾਂਦੇ ਕੈਨੇਡਾ ਤੋਂ ਇੱਕ ਵੱਡੀ ਖਬਰ ਦੱਸ ਦਿੰਦੇ ਆ। ਰਾਹਤ ਭਰੀ ਖਬਰ ਹੈ ਕੈਨੇਡਾ ਵਾਸੀਆਂ ਦੇ ਲਈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਰੋਸ ਮੁਜ਼ਾਹਰੇ ਹੋਏ ਨੇ ਕਰੋਨਾ ਪਾਬੰਦੀਆਂ ਦੇ ਖਿਲਾਫ ਤੇ ਹੁਣ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ 21 ਮਾਰਚ ਨੂੰ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਦੇ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਤੇ ਜਾਣ ਵੇਲੇ ਅਤੇ ਮਾਲ ਦੇ ਵਿੱਚ ਮਾਸਕ ਪਹਿਨਣ ਦੀ ਪਾਬੰਦੀ ਖਤਮ ਕਰ ਦਿੱਤੀ ਜਾਏਗੀ। ਸੂਬੇ ਦੇ ਵਿੱਚ ਲੰਘੇ 2 ਸਾਲਾਂ ਤੋਂ ਮਾਸਕ ਲਾਉਣੇ ਜ਼ਰੂਰੀ ਕੀਤੇ ਹੋਏ ਨੇ ਤੇ 2 ਸਾਲਾਂ ਬਾਅਦ 21 ਮਾਰਚ ਨੂੰ ਇੱਥੇ ਮਾਸਕ ਦੀ ਪਾਬੰਦੀ ਹਟ ਜਾਏਗੀ। ਐਮਰਜੈਂਸੀ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਕੱਲ ਸਵੇਰ ਦੀਆਂ ਖਬਰਾਂ ਦੇ ਨਾਲ ਫਿਰ ਮਿਲਾਂਗੇ ਅਤੇ ਕੱਲ ਸਵੇਰੇ 7 ਵਜੇ ਤੋਂ ਤੁਸੀਂ ਲਗਾਤਾਰ ਦਾ ਖਾਲਸ ਟੀਵੀ ਤੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਕੱਲ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ ਤੇ ਅਸੀਂ 7 ਵਜੇ ਤੋਂ ਲਾਈਵ ਸਟ੍ਰੀਮ ਸ਼ੁਰੂ ਕਰ ਦਿਆਂਗੇ। ਧੰਨਵਾਦ। 10 ਮਾਰਚ ਨੂੰ ਕੌਣ ਮਨਾਊਗਾ ਜਿੱਤ ਦੇ ਜਸ਼ਨ? ਕਿਸ ਨੂੰ ਹੋਊ ਹਾਰ ਦੀ ਨਮੋਸ਼ੀ? ਪੰਜਾਬ 'ਚ ਕਿਹਦਾ ਖਤਮ ਹੋ ਜਾਊਗਾ ਸਿਆਸੀ ਕਰੀਅਰ ਤੇ ਕਿਹਦੀ ਬਣੂਗੀ ਸਰਕਾਰ? 10 ਮਾਰਚ ਨੂੰ ਦੇਖੋ ਪੰਜਾਬ ਦੀ ਹਰ ਸੀਟ ਦੇ ਸਹੀ ਤੇ ਸਟੀਕ ਨਤੀਜੇ। ਦੇਖੋ ਸਵੇਰੇ 7 ਵਜੇ ਤੋਂ ਸਾਡੇ YouTube ਅਤੇ Facebook ਚੈਨਲ ਤੇ ਸਾਰਾ ਦਿਨ ਲਾਈਵ ਦਾ ਖਾਲਸ ਟੀਵੀ ਦੀ ਟੀਮ ਦੇ ਨਾਲ।